ਹਾਜ਼ਰੀਨ ਮੁਅੱਜ਼ਜ਼, ਅਸੀਂ ਕੱਲ੍ਹ ਦੇ ਆਪਣੀ ਕਲਾਸ ਦੇ ਵਿੱਚ ਕੱਲ੍ਹ ਤੋਂ ਅਸੀਂ ਸ਼ੁਰੂ ਕੀਤਾ ਹੋਇਆ ਵਿਆਕਰਣ ਦਾ ਜਿਹੜਾ ਹੈਗਾ ਸ਼ਬਦ ਬੋਧ ਭਾਗ। ਤੋ ਸ਼ਬਦ ਬੋਧ ਦੇ ਅੰਤਰਗਤ ਅਸੀਂ ਜਿਹੜਾ ਹੈਗਾ ਕੱਲ੍ਹ ਦੀ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਸ਼ਬਦ ਦੇ ਜਿਹੜੇ ਉਹਦੇ ਮਾਰਫੋਲੋਜੀਕਲ ਸਟੱਡੀ ਦੱਸੀ ਸੀ, ਕਰਵਾਈ ਸੀਗੀ। ਰੂਪ ਵਿਗਿਆਨਕ ਪੱਖ ਤੋਂ ਸ਼ਬਦ ਦੇ ਸੰਦਰਭਗਤ ਭੇਦ ਅਸੀਂ ਦੇਖੇ ਸੀਗੇ, ਜਿਹਦੇ ਵਿੱਚ ਸ਼ਬਦ ਦੀ ਬਣਤਰ ਦਾ ਸੰਬੰਧ ਹੈਗਾ, ਸ਼ਬਦ ਦੀ ਬਣਤਰ ਨੂੰ ਦਰਸਾਇਆ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਫਿਰ ਸ਼ਬਦ ਦੀਆਂ ਅੱਗੇ ਸੰਦਰਭਗਤ ਕਿਸਮਾਂ ਸੀਗੀਆਂ, ਜਿਹਦੇ ਵਿੱਚ ਵਿਆਕਰਨਕ ਸ਼ਬਦ ਨੇ, ਧੁਨੀਆਤਮਕ ਸ਼ਬਦ ਨੇ, ਔਰ ਉਸ ਤੋਂ ਬਾਅਦ ਦੇ ਵਿੱਚ ਵਿਕਾਰੀ ਸ਼ਬਦ ਨੇ, ਅਵਿਕਾਰੀ ਸ਼ਬਦ ਨੇ। ਇਸ ਪ੍ਰਕਾਰ ਬਣਤਰ ਦੇ ਆਧਾਰ 'ਤੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਸਧਾਰਨ, ਮਿਸ਼ਰਤ ਅਤੇ ਕੰਪਾਊਂਡ ਵਰਡ ਜਿਹੜੇ ਜਾਂ ਸੰਯੁਕਤ ਸ਼ਬਦ ਨੇ, ਉਹਨਾਂ ਬਾਰੇ ਚਰਚਾ ਕੀਤੀ ਸੀ। ਤੋ ਕੁੱਲ ਮਿਲਾ ਕੇ ਰੂਪ ਵਿਗਿਆਨ ਦੇ ਪੱਖ ਤੋਂ ਧਾਤੂ ਜਾਂ ਮੁਲਾਂਸ਼ ਦੇ ਨਾਲ ਅਗੇਤਰ, ਪਛੇਤਰ ਅਤੇ ਵਿਭਕਤੀਆਂ ਨੂੰ ਜੋੜ ਕੇ ਜਿਹੜੀ ਹੈਗੀ ਉਹ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈਗੀ ਹੈ। ਇਸ ਪ੍ਰਕਾਰ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈਗਾ। ਤੋ ਇਹ ਸ਼ਬਦ ਦਾ ਜਿਹੜਾ ਬਣਤਰ ਦਾ ਪੱਖ ਸੀ, ਉਹਦੇ ਸਟਰਕਚਰ ਦਾ ਪੱਖ ਸੀਗਾ। ਅਸੀਂ ਸਟਰਕਚਰ ਨੂੰ ਲੈ ਕੇ, ਉਹਦੇ ਸੰਰਚਨਾ ਨੂੰ ਲੈ ਕੇ ਕੱਲ੍ਹ ਦੀ ਕਲਾਸ ਦੇ ਵਿੱਚ ਬੜੇ ਮੁਖਤਸਰ ਤਰੀਕੇ ਦੇ ਨਾਲ, ਥੋੜ੍ਹਾ ਜਿਹਾ ਬਰੀਫ ਦੇ ਵਿੱਚ, ਸੰਖੇਪ ਦੇ ਵਿੱਚ ਉਹਨੂੰ ਸਮਝਾਇਆ ਸੀਗਾ। ਤੋ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੋਊਗਾ, ਇਹ ਸ਼ਬਦ ਬੋਧ ਦਾ ਅਗਲਾ ਭਾਗ ਹੈਗਾ। ਅਸੀਂ ਇੱਥੇ ਸ਼ਬਦ ਦੇ ਜਿਹੜੇ ਅਗਲੇ ਸੰਦਰਭਗਤ ਭੇਦ ਹੈਗੇ ਨੇ, ਸ਼ਬਦ ਸ਼੍ਰੇਣੀਆਂ ਦੀ ਚਰਚਾ ਕਰਾਂਗੇ। ਅੱਜ ਅਸੀਂ ਸ਼ਬਦ ਸ਼੍ਰੇਣੀਆਂ ਦੀ ਚਰਚਾ ਕਰਾਂਗੇ। ਸ਼ਬਦ ਸ਼੍ਰੇਣੀਆਂ। ਸ਼ਬਦ ਸ਼੍ਰੇਣੀਆਂ ਨੂੰ ਅੰਗਰੇਜ਼ੀ ਦੇ ਪਾਰਟ ਆਫ ਸਪੀਚ ਦੇ ਨਾਲ ਮੁਖਾਤਿਬ ਕੀਤਾ ਜਾਂਦਾ ਹੈਗਾ। ਇਹਨਾਂ ਨੂੰ ਪਾਰਟ ਆਫ ਸਪੀਚ ਵੀ ਕਿਹਾ ਜਾਂਦਾ ਹੈ। ਤੋ ਪੰਜਾਬੀ ਦੇ ਵਿੱਚ ਜਿਹੜੀਆਂ ਸ਼ਬਦ ਸ਼੍ਰੇਣੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ, ਅਸੀਂ ਉਹਨਾਂ ਦੇ ਸੰਦਰਭ ਦੇ ਵਿੱਚ ਪਹਿਲਾਂ ਚਰਚਾ ਕਰਦੇ ਹੈਗੇ ਹਾਂ। ਜਿਵੇਂ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ। ਇਹ ਪੰਜਾਬੀ ਦੀਆਂ ਜਿਹੜੀਆਂ ਸਾਡੀਆਂ ਮੁੱਖ ਰੂਪ ਦੇ ਵਿੱਚ ਸ਼ਬਦ ਸ਼੍ਰੇਣੀਆਂ ਨੇ। ਇੱਕ ਸ਼ਬਦ ਸ਼੍ਰੇਣੀ ਹੋਰ ਹੈ ਜਿਹਨੂੰ ਨਿਪਾਤ ਵੀ ਕਹਿੰਦੇ ਨੇ, ਨਿਪਾਤ। ਤੋ ਇਹ ਸ਼ਬਦ ਸ਼੍ਰੇਣੀਆਂ ਮੁੱਖ ਰੂਪ ਦੇ ਵਿੱਚ ਪਾਰਟ ਆਫ ਸਪੀਚ ਨੇ। ਔਰ ਪਹਿਲਾਂ ਅਸੀਂ ਸ਼ਬਦ ਦੀ ਗੱਲ, ਜਿਹੜਾ ਸ਼ਬਦ ਦਾ ਅਧਿਐਨ ਕੀਤਾ ਸੀ, ਉਹਦੇ ਸਟਰਕਚਰ ਦੇ ਆਧਾਰ 'ਤੇ, ਉਹਦੀ ਬਣਤਰ ਦੇ ਆਧਾਰ 'ਤੇ ਕੀਤਾ ਸੀ। ਉਸ ਤੋਂ ਬਾਅਦ ਕਾਰਜ ਦੇ ਆਧਾਰ 'ਤੇ ਸ਼ਬਦ ਦਾ ਅਧਿਐਨ ਕਰਾਂ। ਤੋ ਸ਼ਬਦ ਸ਼੍ਰੇਣੀਆਂ ਦੇ ਵਿੱਚ ਸਰਵਪ੍ਰਥਮ ਜਿਹੜਾ ਨਾਮ ਹੈ, ਪੜਨਾਮ ਹੈ, ਵਿਸ਼ੇਸ਼ਣ ਹੈ, ਕਿਰਿਆ ਹੈ, ਸੰਬੰਧਕ ਹੈ, ਯੋਜਕ ਹੈ, ਵਿਸਮਿਕ ਹੈ। ਤੋ ਇਹਨਾਂ ਸਾਰੀਆਂ ਹੀ ਜੋ ਵਿਆਕਰਨਿਕ ਮਦਾਂ ਨੇ, ਇਹ ਸ਼ਬਦਿਕ ਸ਼੍ਰੇਣੀਆਂ ਨੇ, ਇਹਨਾਂ ਦਾ ਵਾਕ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ। ਜਿਵੇਂ ਆਪਾਂ ਕਹੀਏ ਕਿ ਰਾਮ ਰੋਟੀ ਖਾਂਦਾ ਹੈ, ਰਾਮ ਰੋਟੀ ਖਾਂਦਾ ਹੈ। ਹੁਣ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹੈਗੇ ਆ ਕਿ ਜਿਹੜਾ ਰਾਮ ਹੈ, ਰਾਮ ਕਰਤਾ ਹੈ, ਰੋਟੀ ਕਰਮ ਹੈ, ਖਾਣਾ ਕਿਰਿਆ ਹੈ, ਔਰ ਹੈ ਜਿਹੜਾ ਹੈਗਾ ਸਹਾਇਕ ਕਿਰਿਆ ਹੈ। ਇਸ ਪ੍ਰਕਾਰ ਇਹਦੀ ਜਿਹੜੀ ਸਾਡੀ ਵਾਕ ਦੀ ਸੀਕੁਐਂਸ ਬਣਦੀ ਹੈਗੀ ਆ, ਉਹ ਹੈ ਕਰਤਾ ਪਲੱਸ ਕਰਮ ਪਲੱਸ ਕਿਰਿਆ। ਸਾਡੀ ਪੰਜਾਬੀ ਵਾਕ ਦੀ ਜਿਹੜੀ ਤਰਤੀਬ ਹੈ ਉਹ ਇਸ ਪ੍ਰਕਾਰ ਨਾਲ ਬਣਦੀ ਹੈਗੀ ਹੈ। ਤੋ ਕਰਤਾ ਜਿਹੜਾ ਨਾਮ ਜਾਂ ਪੜਨਾਮ ਹੈਗਾ, ਤੋ ਕਰਮ ਦਾ ਸੰਬੰਧ ਜਿਹੜਾ ਹੈਗਾ ਉਹ ਕਿਰਿਆ ਦੇ ਨਾਲ ਜੁੜਦਾ ਹੈਗਾ, ਤਾਂ ਫਿਰ ਹੀ ਵਾਕ ਸੰਪੂਰਨ ਹੁੰਦਾ ਹੈਗਾ। ਇਸ ਤੋਂ ਬਿਨਾਂ ਵਾਕ ਜਿਹੜਾ ਹੈ ਉਹ ਸੰਪੂਰਨ ਨਹੀਂ ਹੋ ਸਕਦਾ। ਤੋ ਜੇਕਰ ਇਹਨਾਂ ਵਿੱਚੋਂ ਇੱਕ ਵੀ ਮਿਸ ਹੋ ਜਾਂਦਾ ਹੈ ਤੇ ਫਿਰ ਉਹ ਪੂਰਨ, ਅਸੀਂ ਵਾਕ, ਉਹਨੂੰ ਪੂਰਾ ਵਾਕ ਜਿਹੜਾ ਉਹ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਬੜੀ ਅਹਿਮ ਹੈਗੀ ਆ, ਉਹ ਹੈ ਜਿਵੇਂ ਰਾਮ ਹੈ,
ਰਾਮ ਰੋਟੀ ਖਾਂਦਾ ਹੈ। ਇੱਥੇ ਵਿੱਚ ਰਾਮ ਜਿਹੜਾ ਹੈਗਾ ਉਹ ਵਾਕ ਦਾ ਉਦੇਸ਼ ਹੈ ਔਰ ਰੋਟੀ ਖਾਂਦਾ ਵਿਧੇਯ ਹੈ, ਵਿਧੇਯ ਹੈ। ਕਰਮ ਤੇ ਜਿਹੜੀ ਕਿਰਿਆ ਹੈ ਇਹ ਦੋਨੇ ਵਿਧੇਯ ਹੁੰਦੇ ਨੇ ਔਰ ਜਿਹੜਾ ਕਰਤਾ ਹੁੰਦਾ ਉਹ ਵਾਕ ਦਾ ਉਦੇਸ਼ ਹੁੰਦਾ ਹੈ। ਔਰ ਲਾਸਟ ਦੇ ਉੱਪਰ ਹੈਲਪਿੰਗ ਵਰਬ, ਇਹਨੂੰ ਅਸੀਂ ਕਹਿੰਦੇ ਆ ਹੈਲਪਿੰਗ ਵਰਬ ਜਾਂ ਸਹਾਇਕ ਕਿਰਿਆ। ਤੋ ਇਹ ਜਿਹੜੀ ਹੈਗੀ ਹੈ ਇਹ ਸਹਾਇਕ ਕਿਰਿਆ ਹੈ। ਤੋ ਕੁੱਲ ਮਿਲਾ ਕੇ ਇਹ ਸਾਡੀ ਵਾਕ ਦੀ ਸੀਕੁਐਂਸ ਹੈਗੀ ਹੈ। ਹੁਣ ਇੱਥੇ ਅਸੀਂ ਸਭ ਤੋਂ ਪਹਿਲਾਂ ਵਾਕ ਦਾ ਜਦੋਂ ਅਧਿਐਨ ਕਰਾਂਗੇ, ਇੱਥੇ ਸਭ ਤੋਂ ਪਹਿਲਾਂ ਇਹਨਾਂ ਸ਼ਬਦ ਸ਼੍ਰੇਣੀਆਂ ਦਾ ਅਧਿਐਨ ਕਰਾਂਗੇ ਤਾਂ ਅਸੀਂ ਜਿਹੜਾ ਹੈਗਾ ਨਾਮ ਨੂੰ ਵਿਚਾਰਾਂਗੇ। ਸਭ ਤੋਂ ਪਹਿਲਾਂ ਅਸੀਂ ਕੀ ਵਿਚਾਰਾਂਗੇ? ਨਾਮ। ਹੁਣ ਨਾਮ ਵਾਕ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿਸੇ ਵਸਤੂ ਵਾਸਤੇ ਨਾਮ, ਤਾਂ ਨਾਮ ਜਿਹੜਾ ਹੈਗਾ ਵਾ ਜਾਂ ਨਾਉਨ ਹੈ ਉਹ ਕਿਸੇ ਅਰਥ ਦੇ ਪੱਧਰ ਦਾ ਜਦੋਂ ਸੰਚਾਰ ਹੁੰਦਾ ਕਿਸੇ ਗੱਲ ਦਾ, ਕਿਸੇ ਵਸਤੂ ਵਾਸਤੇ, ਕਿਸੇ ਚੀਜ਼ ਵਾਸਤੇ, ਕਿਸੇ ਮਨੁੱਖ ਵਾਸਤੇ, ਉਹਨੂੰ ਅਸੀਂ ਕਿਸੇ ਚੀਜ਼ ਨਾਲ ਸੰਬੋਧਿਤ ਕਰਦੇ ਹਾਂ, ਉਹ ਨਾਉਨ ਦੇ ਅੰਤਰਗਤ ਆਉਂਦਾ ਹੈਗਾ, ਨਾਮ ਦੇ ਅੰਤਰਗਤ ਆਉਂਦਾ ਹੈਗਾ। ਤੋ ਜਿਵੇਂ ਕੋਈ ਵਸਤੂ ਹੈ, ਕੋਈ ਆਦਮੀ ਹੈ, ਕੋਈ ਸ਼ਹਿਰ ਹੈ, ਕੋਈ ਚੀਜ਼ ਹੈ, ਤਾਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨਾਮ ਦੇ ਅੰਤਰਗਤ ਵਿਚਾਰਦੇ ਹੈਗੇ ਹਾਂ। ਤੋ ਨਾਮ ਦੀਆਂ ਅੱਗੇ ਵਿਆਕਰਨਕਾਰਾਂ ਨੇ ਜਿਹੜੀਆਂ ਹੈਗੀਆਂ ਉਹ 5 ਕਿਸਮਾਂ ਸਾਨੂੰ ਦੱਸੀਆਂ ਹੈਗੀਆਂ ਨੇ। ਇੱਕ ਹੈ ਖਾਸ ਨਾਮ, ਖਾਸ ਨਾਮ। ਹੁਣ ਖਾਸ ਨਾਮ ਕੀ ਹੈ? ਖਾਸ ਨਾਮ ਦੇ ਅੰਤਰਗਤ ਜਿਹੜੇ ਖਾਸ ਨਾਮ ਨੇ, ਸਪੈਸ਼ਲ ਨੇਮ ਨੇ, ਜਿਹੜੇ ਸਪੈਸ਼ਲ ਨਾਉਨ ਨੇ, ਉਹ ਇਹਦੇ ਅੰਤਰਗਤ ਵਿਚਾਰੇ ਜਾਂਦੇ ਨੇ। ਜਿਵੇਂ ਅਸੀਂ ਕਹਿੰਦੇ ਹਾਂ ਕਿਸੇ ਨਿੱਜਵਾਚਕ ਵਸਤੂ ਦੀ ਜੋ ਜਾਣਕਾਰੀ ਦਿੰਦਾ ਹੈਗਾ, ਖਾਸ ਨਾਮ ਕਿਸੇ ਨਿੱਜਵਾਚਕ ਜੋ ਵਸਤੂ ਹੈਗੀ ਆ ਉਹਨੂੰ ਐਕਸਪਲੇਨ ਕਰਦਾ ਹੈ। ਉਦਾਹਰਨ ਵਜੋਂ ਜਿਵੇਂ ਅਸੀਂ ਕਹਿੰਦੇ ਹੈਗੇ ਆ ਕਿ ਪੰਜਾਬੀ ਪਟਿਆਲਾ ਸੁਰਜੀਤ ਸਿੰਘ ਗੁਰੂ ਨਾਨਕ ਦੇਵ ਜਾਂ ਬਾਬਾ ਫਰੀਦ। ਤੋ ਜੋ ਕਿਸੇ ਖਾਸ ਨਾਮ ਨੂੰ ਐਕਸਪਲੇਨ ਕਰਦਾ ਹੈਗਾ, ਕਿਸੇ ਖਾਸ ਨਾਮ ਦੀ ਅਭਿਵਿਅੰਜਨਾ ਕਰਦਾ ਹੈਗਾ, ਉਸ ਨੂੰ ਅਸੀਂ ਕੀ ਕਹਿੰਦੇ ਆ? ਖਾਸ ਨਾਮ। ਤੋ ਉਸ ਤੋਂ ਜਿਹੜਾ ਇਹਦਾ ਅਗਲਾ ਰੂਪ ਹੈ ਉਹਨੂੰ ਕਹਿੰਦੇ ਨੇ ਆਮ ਨਾਮ। ਇਹਦੀ ਦੂਜੀ ਜਿਹੜੀ ਹੈਗੀ ਆ ਉਹ ਹੈਗੀ ਆ ਆਮ ਨਾਮ। ਆਮ ਨਾਮ ਦੇ ਅੰਤਰਗਤ ਜਿਹੜਾ ਹੈਗਾ ਆਮ ਵਸਤੂਆਂ ਦੇ ਨਾਮ ਨੇ, ਆਮ ਚੀਜ਼ਾਂ ਦੇ ਨਾਮ ਨੇ। ਆਮ ਚੀਜ਼ ਹੈਗੀ ਜਿਹੜੀ ਸਾਰਿਆਂ ਦੇ ਵਿੱਚ ਜੋ ਵਿਚਰਦੀ ਹੈਗੀ ਆ, ਸਰਬ ਸਾਂਝੀ ਚੀਜ਼ ਜੀ ਹੈਗੀ ਹੈ ਜਿਹੜੀ, ਉਹ ਆਮ ਦੇ ਵਿੱਚ ਆਉਂਦੀ ਹੈ, ਜਿਹਨੂੰ ਹਰੇਕ ਤੱਕ ਜਿਹਦੀ ਪਹੁੰਚ ਹੋ ਜਾਂਦੀ ਹੈਗੀ ਹੈ, ਉਹ ਆਮ ਚੀਜ਼ ਹੈ। ਤੋ ਆਮ ਵਾਸਤੇ ਜਿਹੜਾ ਹੈਗਾ ਹੈ ਆਪਣਾ ਜਾਤੀਵਾਚਕ ਇੱਕ ਸ਼੍ਰੇਣੀ ਦੇ ਵਾਸਤੇ ਜਿਹੜਾ ਵਰਤਿਆ ਜਾਂਦਾ ਹੈਗਾ ਉਹ ਆਮ ਨਾਮ ਹੁੰਦਾ ਹੈਗਾ। ਜਿਵੇਂ ਅਸੀਂ ਕਹਿੰਦੇ, ਭਾਵ ਕਹਿ ਦਿਓ ਕਿ ਜਿਹੜਾ ਸਾਨੂੰ ਜਾਤੀਵਾਚਕ ਚੀਜ਼ਾਂ ਦਾ ਗਿਆਨ ਕਰਾਉਂਦਾ ਹੈਗਾ। ਜਿਵੇਂ ਮੁੰਡਾ, ਕੁੜੀ, ਬੱਚਾ, ਮੱਝ। ਤੋ ਜਿੰਨੇ ਵੀ ਸ਼ਬਦ ਨੇ ਜਿਹੜੇ ਇਹ ਆਮ ਨਾਮ ਦੇ ਅੰਤਰਗਤ ਆਉਂਦੇ ਨੇ। ਫਿਰ ਇਸ ਤੋਂ ਛੋਟੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਵੇਂ ਫੁੱਲ, ਪੁਸਤਕ, ਕਿਤਾਬ, ਮੋਬਾਈਲ, ਕੁਰਸੀ। ਤੋ ਇਹ ਸਾਰੇ ਦੇ ਸਾਰੇ ਕਾਹਦੇ ਵਿੱਚ ਆਉਣਗੇ? ਆਮ ਨਾਮ ਦੇ ਵਿੱਚ ਹੀ ਆਉਣਗੇ। ਤੀਜੇ ਨੰਬਰ ਤੇ ਜਿਹੜੀ ਸਾਡੀ ਕਿਸਮ ਹੈਗੀ ਆ ਉਹਨੂੰ ਕਹਿੰਦੇ ਹੈਗੇ ਨੇ ਜੀ ਇਕੱਠਵਾਚਕ ਨਾਮ। ਇਕੱਠਵਾਚਕ। ਹੁਣ ਇਕੱਠ ਪੂਰੇ ਕਿਸੇ ਇੱਕ ਗਰੁੱਪ ਨੂੰ, ਇੱਕ ਇਕੱਠ ਨੂੰ
ਜਾਂ ਵਿਅਕਤੀਆਂ ਦੇ ਸਮੂਹ ਨੂੰ ਜੋ ਦਰਸਾਉਂਦਾ ਹੈਗਾ, ਕਿਸੇ ਵਸਤੂਆਂ ਦੇ ਜਾਂ ਸਮੂਹ ਦਾ ਬਿਆਨ ਕਰਦਾ ਹੈਗਾ, ਜਿਹਦੇ ਵਿੱਚ ਕਿਸੇ ਪੂਰੀਆਂ ਵਸਤੂਆਂ ਦਾ ਸਮੂਹ ਹੈਗਾ ਜਾਂ ਵਿਅਕਤੀਆਂ ਦਾ ਸਮੂਹ ਹੈਗਾ ਜਾਂ ਜਾਨਵਰਾਂ ਦਾ ਸਮੂਹ ਹੈਗਾ, ਉਸ ਨੂੰ ਕੀ ਕਿਹਾ ਜਾਂਦਾ ਹੈ? ਇਕੱਠਵਾਚਕ ਨਾਮ। ਉਦਾਹਰਨ ਵਜੋਂ ਜਿਵੇਂ ਕਹੀਏ ਹੁਣ ਇੱਥੇ ਇਕੱਠਵਾਚਕ ਦੇ ਵਿੱਚ ਜਿਵੇਂ ਅਸੀਂ ਕਵਾਂਗੇ ਕਿ ਫੌਜ, ਫੌਜ, ਆਣ, ਮੁਡੀਰ, ਮੇਲਾ, ਹੇੜ, ਜਮਾਤ। ਤੋ ਇਹ ਜਿਹੜੇ ਸ਼ਬਦ ਹੁੰਦੇ ਨੇ ਜਿੱਥੇ ਕਿਸੇ ਸਾਨੂੰ ਪੂਰੇ ਇਕੱਠ ਦੀ, ਪੂਰੇ ਸਮੂਹਕਤਾ ਦੀ ਜਾਣਕਾਰੀ ਮਿਲਦੀ ਹੈਗੀ ਆ, ਉਸ ਨੂੰ ਇਕੱਠਵਾਚਕ ਨਾਮ ਆਖਿਆ ਜਾਂਦਾ। ਇਹ ਇਹਦੀ ਸ਼ਬਦ ਸ਼੍ਰੇਣੀਆਂ ਦੇ ਵਿੱਚ ਇਹਦੀ ਤੀਜੀ ਕਿਸਮ ਹੈਗੀ ਹੈ। ਚੌਥੀ ਕਿਸਮ ਜਿਹੜੀ ਹੈਗੀ ਆ ਉਹ ਵਸਤੂਵਾਚਕ ਨਾਮ। ਵਸਤੂਵਾਚਕ, ਵਸਤੂਵਾਚਕ ਨਾਮ ਦੇ ਅੰਤਰਗਤ ਉਸ ਨਾਮ ਨੂੰ ਵਿਚਾਰਿਆ ਜਾਂਦਾ ਹੈਗਾ ਜੋ ਕਿਸੇ ਵਸਤੂ ਦਾ, ਕਿਸੇ ਤੋਲ ਮਾਪ ਦਾ ਜਾਂ ਕਿਸੇ ਉਸ ਦੀ ਗਿਣਤੀ ਮਿਣਤੀ ਦਾ ਬੋਧ ਕਰਾਉਂਦਾ ਹੈਗਾ, ਉਸ ਨੂੰ ਅਸੀਂ ਵਸਤੂਵਾਚਕ ਨਾਮ ਦੇ ਅੰਤਰਗਤ ਵਿਚਾਰਦੇ ਹੈਗੇ ਆ। ਜਿਵੇਂ ਦੁੱਧ, ਪਾਣੀ, ਲੋਹਾ, ਸੋਨਾ, ਕੱਪੜਾ ਇਤਿਆਦਿ। ਹੁਣ ਇਹ ਵਸਤੂਵਾਚਕ ਨੇ, ਇਹਨਾਂ ਨੂੰ ਅਸੀਂ ਮਿਣ ਸਕਦੇ ਹਾਂ, ਤੋਲ ਸਕਦੇ ਹਾਂ ਜਾਂ ਅਸੀਂ ਜਿਹੜਾ ਹੈਗਾ ਉਹ ਮਾਪ ਸਕਦੇ ਹੈਗੇ ਆ। ਸੋ ਇਹਨਾਂ ਨੂੰ ਅਸੀਂ ਵਸਤੂਵਾਚਕ ਨਾਮ ਦੇ ਵਿੱਚ ਜਿਹੜਾ ਇਹਨੂੰ ਵਿਆਕਰਨਕਾਰਾਂ ਨੇ ਸ਼ਮੂਲੀਅਤ ਕੀਤੀ ਹੈਗੀ ਇਹਨਾਂ ਦੀ। ਤੋ ਪੰਜਵੀਂ ਜਿਹੜੀ ਹੈਗੀ ਹੈ ਇਹਦੀ ਕੈਟਾਗਰੀ ਆਉਂਦੀ ਹੈਗੀ ਉਹ ਹੈਗਾ ਭਾਵਵਾਚਕ ਨਾਮ। ਭਾਵਵਾਚਕ ਨਾਮ, ਇਸ ਦੇ ਅੰਤਰਗਤ ਜਿਹੜਾ ਹੈਗਾ ਵਾ, ਭਾਵਵਾਚਕ ਦੇ ਅੰਤਰਗਤ ਮਨੁੱਖ ਦੇ ਜਿਹੜੇ ਸੂਖਮ ਹਾਵ ਭਾਵਾਂ ਦਾ ਜਿੱਥੋਂ ਅਹਿਸਾਸ ਹੁੰਦਾ, ਜਿਹੜੇ ਨਾਵਾਂ ਦੇ ਵਿੱਚੋਂ ਭਾਵ ਉਸਦੇ ਵਿਅਸ਼ਟੀ ਹਾਵ ਭਾਵ ਨੇ, ਜਿਹੜੇ ਉਹਦੇ ਫੀਲਿੰਗ ਐਂਡ ਇਮੋਸ਼ਨ ਨੇ, ਜਿਹੜੇ ਉਹਦੇ ਸਥਾਈ ਭਾਵ ਨੇ, ਉਹਦੇ ਮਨ ਦੇ ਭਾਵ ਨੇ, ਉਹਨਾਂ ਦਾ ਜੋ ਅਹਿਸਾਸ ਕਰਾਉਂਦਾ ਹੈਗਾ ਉਹਨੂੰ ਕੀ ਆਖਿਆ ਜਾਂਦਾ ਹੈਗਾ? ਭਾਵਵਾਚਕ ਨਾਮ। ਜਿਵੇਂ ਖੁਸ਼ੀ, ਖੁਸ਼ੀ, ਗਮੀ, ਸ਼ੰਕਾ, ਨਿद्रा, ਗਿਲਾਨੀ। ਇਹ ਸਾਰੇ ਦੇ ਸਾਰੇ ਕੀ ਨੇ? ਜੋ ਕਿਸੇ ਭਾਵ ਨੂੰ, ਜੋ ਕਿਸੇ ਫੀਲਿੰਗ ਨੂੰ ਜਾਂ ਇਮੋਸ਼ਨ ਨੂੰ, ਸਾਡੇ ਹਾਵ ਭਾਵ ਨੂੰ ਦਰਸਾਉਂਦੇ ਹੈਗੇ ਨੇ, ਉਹਨਾਂ ਨੂੰ ਕੀ ਆਖਿਆ ਜਾਂਦਾ ਹੈਗਾ? ਭਾਵਵਾਚਕ ਨਾਮ ਆਖਿਆ ਜਾਂਦਾ ਹੈ। ਸੋ ਕੁੱਲ ਮਿਲਾ ਕੇ ਇੱਥੇ ਜਿਹੜੇ ਨਾਮ ਦੀਆਂ ਅਸੀਂ ਇੱਥੇ 5 ਕਿਸਮਾਂ ਸਾਡੇ ਵਿਆਕਰਨਕਾਰਾਂ ਨੇ, ਜਿਹੜੇ ਪਰੰਪਰਾਈ ਵਿਆਕਰਨਕਾਰ ਨੇ, ਟ੍ਰੈਡੀਸ਼ਨਲ ਗ੍ਰਾਮੇਰੀਅਨ ਹੈਗੇ ਨੇ, ਉਹਨਾਂ ਨੇ ਇਹਨਾਂ ਦੀਆਂ 5 ਕਿਸਮਾਂ ਸਾਨੂੰ ਦੱਸੀਆਂ ਹੈਗੀਆਂ ਨੇ ਸ਼ਬਦ ਸ਼੍ਰੇਣੀਆਂ ਦੇ ਅੰਤਰਗਤ। ਤੋ ਕੁੱਲ ਮਿਲਾ ਕੇ ਅਸੀਂ ਜਿਹੜਾ ਕਹਿ ਸਕਦੇ ਹਾਂ ਕਿ ਸਾਡੇ ਕੋਲੇ ਜਿਹੜੀਆਂ ਇਹ 5 ਕਿਸਮਾਂ ਬਣ ਗਈਆਂ ਹੈਗੀਆਂ ਨੇ ਕਿ ਸਧਾਰਨ ਸ਼ਬਦਾਂ ਦੇ ਵਿੱਚ ਨਾਮ ਦੀਆਂ 5 ਕਿਸਮਾਂ ਨੇ। ਪਹਿਲੀ ਆਮ ਨਾਮ, ਪਹਿਲੀ ਹੈਗੀ ਆ ਖਾਸ ਨਾਮ, ਦੂਜੀ ਆਮ ਨਾਮ, ਤੀਜੀ ਇਕੱਠਵਾਚਕ, ਚੌਥੀ ਵਸਤੂਵਾਚਕ, ਵਸਤੂਵਾਚਕ ਤੇ ਪੰਜਵੀਂ ਜਿਹੜੀ ਹੈਗੀ ਆ ਭਾਵਵਾਚਕ। ਭਾਵਵਾਚਕ। ਸੋ ਇਹਦੇ ਵਿੱਚ ਖਾਸ ਵਸਤੂਆਂ ਦਾ ਜ਼ਿਕਰ ਹੁੰਦਾ ਹੈਗਾ, ਖਾਸ ਨਾਵਾਂ ਦਾ ਜ਼ਿਕਰ ਹੁੰਦਾ ਹੈਗਾ। ਜਿਵੇਂ ਕਿਸੇ ਖਾਸ ਨਾਮ ਨੂੰ ਐਕਸਪਲੇਨ ਕੀਤਾ ਜਾਂਦਾ ਹੈ, ਇਹਦੇ ਅੰਤਰਗਤ ਆਮ ਚੀਜ਼ਾਂ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਇਹਦੇ ਵਿਚਕਾਰ ਜਿਹੜੇ ਹੈਗੇ ਇਕੱਠਵਾਚਕ ਸ਼ਬਦਾਂ ਦੇ ਨਾਮ ਹੁੰਦੇ ਨੇ, ਜਿਹੜੇ ਇਕੱਠਵਾਚਕ ਸ਼ਬਦ ਹੁੰਦੇ ਨੇ ਉਹ ਇਸ ਦੇ ਅੰਤਰਗਤ ਆਉਂਦੇ, ਕਿਸੇ ਸਮੂਹ ਵਾਸਤੇ ਜੋ ਵਰਤੇ ਜਾਂਦੇ ਨੇ ਉਹ ਇਸ ਦੇ ਅੰਤਰਗਤ ਆਉਂਦੇ ਨੇ। ਵਸਤੂਵਾਚਕ ਦੇ ਵਿੱਚ ਉਹ ਨਾਮ ਹੁੰਦੇ ਨੇ ਜੋ ਉਹ ਵਸਤੂਆਂ ਦੇ ਅਕੋਰਡਿੰਗ ਵਰਤੇ ਜਾਂਦੇ ਨੇ, ਜਿਨ੍ਹਾਂ ਨੂੰ
ਤੋਲ ਮਾਪ ਦੇ ਗਿਆਨ ਦੇ ਅੰਤਰਗਤ ਵਰਤਿਆ ਜਾਂਦਾ ਹੈਗਾ, ਜਾਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਵਾ ਮਿਣਿਆ ਜਾਂਦਾ ਜਾਂ ਤੋਲਿਆ ਜਾਂਦਾ ਹੈਗਾ। ਸੋ ਉਹ ਆਉਂਦੇ ਨੇ। ਔਰ ਭਾਵਵਾਚ ਦੇ ਵਿੱਚ ਉਹ ਚੀਜ਼ਾਂ ਨੂੰ, ਉਹ ਸ਼ਬਦ ਆਉਂਦੇ ਹੈਗੇ ਨੇ, ਉਹ ਨਾਮ ਹੁੰਦੇ ਨੇ ਜਿਹੜੇ ਕਿਸੇ ਹਾਵ ਭਾਵ ਨੂੰ, ਫੀਲਿੰਗ ਐਂਡ ਇਮੋਸ਼ਨ ਨੂੰ ਜੋ ਐਕਸਪਲੇਨ ਕਰਦੇ ਨੇ ਹੈਗੇ। ਤੋ ਇਸ ਪ੍ਰਕਾਰ ਨਾਮ ਦੀਆਂ ਪੰਜਾਬੀ ਦੇ ਵਿੱਚ ਸਾਡੇ ਕੋਲ ਇਹ 5 ਕਿਸਮਾਂ ਸੀ ਵਿਚਾਰੀਆਂ ਹੈਗੀਆਂ। ਤੋ ਇਹ 5 ਕਿਸਮਾਂ ਸਾਡੇ ਕੋਲ ਇਹ ਬਣਦੀਆਂ ਹੈਗੀਆਂ ਨੇ। ਤੋ ਦੂਜਾ ਜਿਹੜਾ ਸਾਡੇ ਕੋਲ ਹੈਗਾ ਵਾ ਉਹ ਹੈ ਸਾਡਾ ਪੜਨਾਮ। पड़नाम। तो जो पड़नाम है, जो शब्द नाम की थां ते आके उसके कारज की पूर्ति करता है। जे असीं सधारण परिभाषा करिए, जो शब्द नाम शब्दां दे थां ते आके कारज की पूर्ति करते हैं उन्हां नूं पड़नाम कहा जांदा है। सो ये अजिहे व्याकरणिक शब्द हुंदे ने, जां यही शब्द श्रेणी हैगी व्याकरण के पद्धर ते जो पड़नाम दे थां, जो नाम दे थां ते वरती जाती हैगी, जो किसी नाम की जगह के उपर वरत के उसके कारज की पूर्ति करते हैं, उन्होंने पड़नाम कहा जाता है। तो इस दियां जिहड़ियां किस्मां ने वो 6 किस्मां बयान कीतियां ने व्याकरण आचार्यां ने। सो सब तो प्रथम हैगा जिहड़ा वो पुरखवाचक पड़नाम है। इहदी पहली किस्म हैगी जिहड़ी पुरखवाचक पड़नाम। ਇਹਦੇ ਵਿੱਚ ਕੀ ਹੈਗਾ, ਪੁਰਖਵਾਚਕ ਪੜਨਾਮ ਦੇ ਅੰਤਰਗਤ ਜਿਹੜੇ ਪੜਨਾਮ ਆਉਂਦੇ ਨੇ, ਵਾਕ ਬਣਤਰ ਦੇ ਵਿੱਚ 3 ਪ੍ਰਕਾਰ ਦੇ ਪੁਰਖ ਜਿਹੜੇ ਹੁੰਦੇ ਨੇ ਉਹ ਆਪਣੀ ਹੈਸੀਅਤ ਨੂੰ, ਆਪਣੀ ਸੋਸ਼ਲ ਰੈਲੇਵੈਂਸੀ ਨੂੰ, ਆਪਦੀ ਰੈਲੇਵੈਂਸੀ ਨੂੰ, ਸਮਾਜਿਕ ਸਾਰਥਿਕਤਾ ਨੂੰ ਉਹ ਕਾਇਮ ਰੱਖਦੇ ਨੇ। ਜਿਹਦੇ ਵਿੱਚ ਜਿਵੇਂ ਮੈਂ, ਉੱਤਮ ਪੁਰਖ, ਤੁਸੀਂ, ਮੱਧ ਪੁਰਖ ਤੇ ਉਹ, अन्य पुरख ਜਾਂ ਤੀਜਾ ਬੰਦਾ। तो हुण वाक दे विच असीं ये 3 प्रकार के पुरख कारगर हुंदे ने। ये पुरखवाचक पड़नाम दे विच मैं, साडे कहण दा भाव ये हैगा कि असीं इहदे विच मैं, तुसीं, ਉਹ, उसदा जिथे शब्द वरते जाते हैं वो पुरखवाचक पड़नाम के पर्याय शब्द होंदे ने। वाक दे विच जिवें असीं एक ते मैं हाँ जो गल करदा है, जो वक्ता है, तुसीं जिस नाल गल हो रही है, जिस नाल हो रही है, ते तीसरा अन्य है जिस बारे हो रही है, जिस बारे हो रही है। सो ये 3 प्रकार के जिहड़े पुरखवाचक पड़नाम हुंदे हैगे ने। एक उत्तम पुरख जानी मैं, मध्य पुरख तुसीं, तू, ते अन्य पुरख वो, उसदा आदि जिहड़े हैगे ने ये पुरखवाचक पड़नाम के पर्याय शब्द ने। तो वाक दे विच, वाक बनतर दे विच 3 जिहड़े हुंदे ने ये पुरखवाचक 3 पड़नाम कारगर हो के वाक की सार्थकता नूं साकार करते हैगे ने। उस तो बाद दे विच जिहड़ा हैगा वा वो आ जाता है निजवाचक पड़नाम। नंबर 2, निजवाचक पड़नाम। निजवाचक जिहड़ा पड़नाम हैगा वा, निजवाचक पड़नाम की जिहड़ी सार्थकता हैगी है वो उस दे विच अपनी निजता प्रगट हुंदी हैगी, अपना आप प्रगट किया जाता। निजी जिहड़ा हैगा स्वै नूं एक्सप्लेन किया जाता, उसनूं उहदे विच विखाया जाता हैगा। जिवें असीं शब्द वरतदे हैगे आ कि जिवें आप, जिवें
मैं आप ਜਾਵਾਂਗਾ। ਹੁਣ ਇਹਦੇ ਵਿੱਚ ਜਿਹੜਾ ਆਪ ਹੈਗਾ ਇਹ ਨਿੱਜਵਾਚਕ ਪੜਨਾਮ ਹੈਗਾ। ਜਿਵੇਂ ਆਪਸ, ਆਪਣੇ, ਆਪਣੇ, ਆਪਸ, खुद और आपस खुद। इस तो इलावा साडा, साडा। तो ये जिहड़े हैगे ने सारे दे सारे निजवाचक पड़नाम हैगे ने। जिवें अपने घर जाओ, घर जाओ। आपस विच ना लड़ो, वो खुद आया सी। साडा खेत सरपंच दे घर कोल है। तो ये ਜਿਹੜੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਪਣੇ, ਆਪਸ, ਖੁਦ ਔਰ ਸਾਡਾ, ਇਹ ਸ਼ਬਦ ਹੈਗੇ ਨੇ ਜਿਹੜੇ ਇਹ ਨਿਜਵਾਚਕ ਪੜਨਾਮ ਦੀ ਅਭਿਵਿਅੰਜਨਾ ਕਰਦੇ ਨੇ। ਤੋ ਇਹਦੀ ਜਿਹੜੀ ਤੀਜੀ ਕਿਸਮ ਹੈਗੀ ਆ ਉਹ ਹੈਗੀ ਆ ਸਾਡੇ ਕੋਲ ਨਿਸ਼ਚੈਵਾਚਕ। ਤੀਜੀ ਕਿਸਮ ਦੇ ਅੰਤਰਗਤ ਅਸੀਂ ਇਹਨੂੰ ਨਿਸ਼ਚੈਵਾਚਕ ਪੜਨਾਮ ਕਹਿੰਦੇ ਹਾਂ। ਇਹ ਪੜਨਾਮ ਦੀ ਤੀਸਰੀ ਕਿਸਮ ਹੈ। ਨਿਸ਼ਚੈਵਾਚਕ ਪੜਨਾਮ ਦੇ ਅੰਤਰਗਤ ਕੀ ਹੁੰਦਾ ਹੈਗਾ, ਕਿਸੇ ਚੀਜ਼ ਦਾ, ਕਿਸੇ ਵਸਤੂ ਦਾ, ਕਿਸੇ ਦਿਸ਼ਾ ਦਾ ਜਾਂ ਕਿਸੇ ਵਿਅਕਤੀ ਵੱਲ ਜੋ ਨਿਸ਼ਚਿਤ ਰੂਪ ਦੇ ਵਿੱਚ ਸੰਕੇਤ ਕਰਦਾ ਹੈਗਾ ਉਹਨੂੰ ਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈਗਾ। ਜਿਹਦੇ ਵਿੱਚ ਨਿਸ਼ਚਾ ਹੀ ਹੁੰਦਾ ਕਿ ਪੱਕਾ ਹੀ ਹੁੰਦਾ ਕਿ ਜੀ ਆਹੀ ਹੀ ਹੈ, ਉਹ ਨਿਸ਼ਚੈਵਾਚਕ ਪੜਨਾਮ ਹੈ। ਜਿਵੇਂ ਅਸੀਂ ਗੱਲ ਕਰੀਏ ਕਿ ਉਹ मेरा स्कूल है, ए सुरजीत दा मुंडा है। हुण इत्थे असीं दो वाक लिखे हैगे ने। हुण ये दो वाकां दे विच जिहड़े मैं इहदे विच पड़नाम वरते हैगे ने, जिवें ए ते ओ आ गया, फिर उस तो बाद दे विच ए आ गया ते ओ आ गया। ओ आ गया। ये जिहड़े दोने हैगे ने, जिहड़े दोने ये भाव ने, ये की ने, ये निश्चयवाचक पड़नाम ने। भाव की है कि निश्चितता नूं दर्शाउंदे ने कि वाकई चीज़ है जो निश्चा हैगा। जिवें आपां कह दईए ओ बूटा सिंह आ रहे ने। हुण ओ बूटा सिंह आ रहे ने, इहदे विच जिहड़ा ओ हैगा ये निश्चयवाचक है कि चीज़ की निश्चितता नूं दर्शा दिता सी, निश्चा कर दिता उत्थे, ये निश्चयवाचक पड़नाम है। दूसरा जिहड़ा हैगा इहदी दूसरी चौथी किस्म जिहड़ी हैगी आ वो है अनिश्चयवाचक। अनिश्चयवाचक अनिश्चयवाचक दे विच की हुंदा हैगा, पहलां तां निश्चयवाचक सीगा जिथे निश्चा हैगा किसी चीज़ का कि भी पक्का ही वो गल हैगी है, पर इत्थे आड़ा गेतर लग गया, इनू नावाचक बनाता उन्हें कि अनिश्चा है कि पक्का नहीं हैगा। भाव भी जदों किसी वस्तु के संबंध दे विच कोई संकेत नहीं मिलता, कोई सानू असी प्रॉपर तौर पर कोई गल कह नहीं सकते, सानू सिद्धा पक्के लफ्ज़ां दे विच साडे कोले पुख्ता कोई जानकारी नहीं हुंदी, तो उत्थे की हुंदा हैगा अनिश्चयवाचक पड़नाम हुंदा हैगा। जिवें असीं इहदे विच देखदे हैगे आ कि कोई, कुछ,
ਕੋਈ, ਕੁਝ। ਇਸ ਤੋਂ ਇਲਾਵਾ ਹੋਰ ਵੀ ਇਹਦੇ ਵਿੱਚ ਸ਼ਬਦ ਆਉਂਦੇ ਨੇ, ਜਿਵੇਂ ਕਈ, ਸਭ, ਥੋੜਾ, ਕਈ, ਸਭ, ਥੋੜਾ, ਬਹੁਤਾ ਆਦਿ। ਇਹ ਅਨਿਸ਼ਚੈਵਾਚਕ ਨੇ। ਜਿਵੇਂ ਆਪਾਂ ਕਹਿ ਦਈਏ ਕਿ ਕੋਈ ਸ਼ਹਿਰ ਗਿਆ ਸੀ, ਜਾਂ ਕਹਿ ਦਈਏ ਕੁਝ ਫਲ ਖਰੀਦ ਲਿਆਂਦੇ ਸਨ, ਕਈ ਮਿੱਤਰ ਵਿਆਹ ਤੇ ਆਏ ਸਨ। ਹੁਣ ਇਹਨਾਂ ਦੇ ਵਿੱਚ ਜਿਹੜਾ ਹੈਗਾ ਹੈ, ਇਹਦੇ ਵਿੱਚ ਕੋਈ ਨਿਸ਼ਚਾ ਨਹੀਂ ਹੈਗਾ, ਕੋਈ ਪੱਕੀ ਗੱਲ ਨਹੀਂ ਹੈਗੀ, ਕੋਈ ਠੋਸ ਨਹੀਂ ਹੈਗੀ, ਕੋਈ ਨਿੱਗਰ ਪ੍ਰਮਾਣ ਨਹੀਂ ਹੈਗਾ। ਤਾਂ ਇਸ ਕਰਕੇ ਜਿਹੜੇ ਇਹ ਤਿੰਨ ਨੇ, ਇਹਦੇ ਵਿੱਚ ਕੋਈ, ਕੁਝ, ਕਈ, ਜਿਵੇਂ ਸਭ, ਥੋੜਾ ਆਦਿ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਅਨਿਸ਼ਚੈਵਾਚਕ ਪੜਨਾਮ ਦੇ ਹੀ ਸਵਰੂਪ ਨੇ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਸੰਬੰਧਵਾਚਕ ਪੜਨਾਮ। ਉਸ ਤੋਂ ਬਾਅਦ ਕਿਹੜਾ ਪੜਨਾਮ ਆਉਂਦਾ ਹੈਗਾ? ਸੰਬੰਧਵਾਚਕ ਪੜਨਾਮ। ਸੰਬੰਧਵਾਚਕ ਜਿਹੜਾ ਪੜਨਾਮ ਹੁੰਦਾ ਹੈਗਾ, ਜਾਂ ਜੋ ਸੰਬੰਧਵਾਚਕ ਪੜਨਾਮ ਉਹ ਹੁੰਦਾ ਹੈ ਜੋ ਦੋ ਵਾਕਾਂ ਦੇ ਵਿਚਕਾਰ ਸੰਬੰਧ ਸਥਾਪਿਤ ਕਰੇ, ਉਹ ਪੜਨਾਮ ਹੁੰਦਾ ਹੈ। ਜਾਂ ਦੋ ਉਪਵਾਕਾਂ ਦੇ ਵਿਚਕਾਰ ਸੰਬੰਧ ਨੂੰ ਸਥਾਪਿਤ ਕਰਦਾ ਹੈਗਾ, ਦੋ ਕਲੌਜ਼ਸ ਦੇ ਵਿਚਕਾਰ ਇੱਕ ਸੰਬੰਧ ਪੈਦਾ ਕਰ ਦਿੰਦਾ ਹੈ, ਦੋ ਵਾਕੰਸ਼ਾਂ ਦੇ ਵਿਚਕਾਰ ਇੱਕ ਸੰਬੰਧ ਪੈਦਾ ਕਰ ਦਿੰਦਾ। ਜਿਵੇਂ ਜੋ ਕਰੇਗਾ ਸੋ ਭਰੇਗਾ। ਹੁਣ ਇੱਥੇ ਅਸੀਂ ਇਹ ਵਾਕ ਲਿਖਿਆ ਹੈਗਾ, ਜੋ ਕਰੇਗਾ ਸੋ ਭਰੇਗਾ। ਤੋ ਇਹਦੇ ਵਿੱਚ ਜੋ ਕਰੇਗਾ ਸੋ ਭਰੇਗਾ, ਜਾਂ ਕਹੀਏ ਉਸ ਨੂੰ ਦਿਓ ਜੋ ਆਵੇਗਾ। ਤੋ ਹੁਣ ਜਿਹੜੇ ਇਹਦੇ ਵਿੱਚ ਸੰਬੰਧ ਸਥਾਪਿਤ ਕੀਤੇ ਹੋਏ ਨੇ ਜਿਹੜੇ ਇਹ ਕੀ ਨੇ? ਸੰਬੰਧਵਾਚਕ ਪੜਨਾਮ ਨੇ। ਇਹ ਦੋ ਵਾਕਾਂ ਦੇ ਵਿੱਚ ਜਾਂ ਵਾਕਾਂ ਦੇ ਵਿੱਚ ਆਪਣੇ ਸੰਬੰਧ ਨੂੰ ਸਥਾਪਿਤ ਕਰਦੇ ਨੇ, ਉਹ ਆਪਣੇ ਰੈਲੇਵੈਂਸੀ ਨੂੰ ਉੱਥੇ ਸਥਾਪਿਤ ਕਰਦੇ ਨੇ ਕਿ ਜੋ ਇੱਕ ਵਾਕ ਹੈਗਾ ਜਦੋਂ ਉਹਨੂੰ ਜੋੜਦੇ ਨੇ, ਉਹ ਦੋਵਾਂ ਦਾ ਵਿਚਕਾਰ ਜਿਹੜਾ ਸੰਬੰਧ ਸਥਾਪਿਤ ਹੁੰਦਾ ਹੈਗਾ ਵਾ, ਉਹ ਸੰਬੰਧਵਾਚਕ ਪੜਨਾਮ ਦੇ ਨਾਲ ਹੀ ਸੰਬੰਧ ਉਹਦਾ ਸਥਾਪਿਤ ਹੁੰਦਾ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ 6ਵੀਂ ਕਿਸਮ ਜਿਹੜੀ ਇਹਦੀ ਹੈਗੀ ਆ ਉਹ ਪ੍ਰਸ਼ਨਵਾਚਕ ਹੈ। ਪ੍ਰਸ਼ਨਵਾਚਕ। ਹੁਣ ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਕੀ ਹੁੰਦਾ ਕਿ ਇੱਕ ਪ੍ਰਸ਼ਨ ਨੂੰ ਪੁੱਛਿਆ ਜਾਂਦਾ ਹੈਗਾ। ਉੱਥੇ ਅਸੀਂ ਕੀ ਕਰਦੇ ਹੈਗੇ ਆ ਕਿ ਇੱਕ ਪ੍ਰਸ਼ਨ ਨੂੰ ਪੁੱਛ ਲੈਂਦੇ ਆ। ਤਾਂ ਪ੍ਰਸ਼ਨ ਨੂੰ ਜਦੋਂ ਪੁੱਛਣ ਵਾਸਤੇ ਜਿਹੜੇ ਸ਼ਬਦ ਅਸੀਂ ਵਰਤਦੇ ਹੈਗੇ ਆ, ਜਿਵੇਂ ਕੌਣ, ਕਿਸ ਦਾ, ਕਿਹੜਾ, ਕਿਸ ਨੂੰ, ਇਹ ਜਿਹੜੇ ਸਾਰੇ ਦੇ ਸਾਰੇ ਨੇ ਇਹ ਪ੍ਰਸ਼ਨਵਾਚਕ ਪੜਨਾਮ ਮੰਨੇ ਜਾਂਦੇ ਨੇ। ਤੋ ਜਦੋਂ ਇਹਨਾਂ ਪੜਨਾਵਾਂ ਦੀ ਵਰਤੋਂ ਹੁੰਦੀ ਹੈਗੀ ਆ, ਇਹਨਾਂ ਨੂੰ ਜਦੋਂ ਅੰਕਿਤ ਕੀਤਾ ਜਾਂਦਾ ਹੈਗਾ ਤਾਂ ਉਸ ਵੇਲੇ ਕੀ ਹੁੰਦਾ ਹੈਗਾ ਵਾ ਕਿ ਇੱਕ ਸਵਾਲ ਪੈਦਾ ਹੋ ਜਾਂਦਾ ਹੈਗਾ, ਇੱਕ ਜਿਗਿਆਸਾ ਬਣ ਜਾਂਦੀ ਹੈਗੀ ਆ, ਇੱਕ ਸਵਾਲ ਨੂੰ ਲੱਭਣ ਦੀ ਇੱਕ ਉੱਥੇ ਇੱਕ ਚੀਜ਼ ਪੁਸ਼ਟੀ ਕਰਨ ਦੀ ਮੰਗ ਕਰਦਾ ਹੈਗਾ ਉੱਥੇ ਇਹ। ਤਾਂ ਉੱਥੇ ਇਹ ਪੜਨਾਵਾਂ ਦੀ ਵਰਤੋਂ ਹੁੰਦੀ ਹੈਗੀ ਹੈ। ਜਿਵੇਂ ਆਪਾਂ ਕਹੀਏ ਕਿ ਕੌਣ ਬਠਿੰਡੇ, ਕੌਣ ਬਠਿੰਡੇ ਗਿਆ ਹੈ, ਕਿਸ ਦਾ ਬਟੂਆ ਚੋਰੀ ਹੋ ਗਿਆ। ਕਿਹੜਾ ਅੱਜ ਨਹੀਂ ਆਇਆ। ਤੋ ਇਹ ਜਿਹੜੇ ਪੜਨਾਮ ਨੇ ਇਹਨਾਂ ਦੇ ਨਾਲ ਵਾਕਾਂ ਦੀ ਅੱਗੇ ਜਾ ਕੇ
ਸਿਰਜਣਾ ਹੁੰਦੀ ਹੈਗੀ ਹੈ। ਇਹਨਾਂ ਦੇ ਨਾਲ ਵਾਕ ਸਿਰਜੇ ਜਾਂਦੇ ਨੇ, ਤੋਂ ਵਾਕਾਂ ਦੀ ਸਿਰਜਣਾ ਹੁੰਦੀ। ਔਰ ਵਾਕ ਵੀ ਕਿਹੜੇ ਸਿਰਜੇ ਜਾਂਦੇ ਨੇ ਕਿ ਪ੍ਰਸ਼ਨਵਾਚਕ। ਇੱਥੇ ਪ੍ਰਸ਼ਨ ਦੀ ਹੀ ਅਭਿਵਿਅੰਜਨਾ ਹੁੰਦੀ ਹੈਗੀ ਹੈ। ਇੱਥੇ ਪ੍ਰਸ਼ਨ ਪੁੱਛਿਆ ਜਾਂਦਾ ਹੈਗਾ, ਇੱਕ ਸਵਾਲ ਕੀਤਾ ਜਾਂਦਾ ਹੈਗਾ। ਤੋ ਇਹਨਾਂ ਵਾਕਾਂ ਨੂੰ ਜਿਹੜੇ ਹੈਗਾ ਵਾ, ਇਹਨਾਂ ਪੜਨਾਵਾਂ ਨੂੰ ਜਿਹੜਾ ਹੈਗਾ ਵਾ ਉਹ ਪ੍ਰਸ਼ਨਵਾਚਕ ਪੜਨਾਮ ਆਖਿਆ ਜਾਂਦਾ। ਸੋ ਕੁੱਲ ਮਿਲਾ ਕੇ ਪਰੰਪਰਾਈ ਵਿਆਕਰਨ ਟ੍ਰੈਡੀਸ਼ਨਲ ਗ੍ਰਾਮੇਰੀਅਨਾਂ ਦੇ ਅਕੋਰਡਿੰਗ ਜਿਹੜੇ ਨਾਮ ਦੀਆਂ ਇਹ ਪੜਨਾਮ ਦੀਆਂ 6 ਕਿਸਮਾਂ ਸਾਡੇ ਸਨਮੁਖ ਆਉਂਦੀਆਂ ਨੇ। ਤੋ ਪੜਨਾਮ ਉਹ ਹੈਗਾ ਵਾ ਜੋ ਨਾਮ ਸ਼ਬਦ ਦੇ ਥਾਂ ਤੇ ਵਿਚਰ ਕੇ ਆਪਣੇ ਸੰਬੰਧ ਨੂੰ ਸਥਾਪਿਤ ਕਰਦਾ ਹੈਗਾ ਜਾਂ ਉਸ ਅਰਥਾਂ ਦਾ ਸੰਚਾਰ ਕਰਦਾ ਹੈਗਾ। ਤੋ ਇਹ ਸੀ ਸਾਡਾ ਪੜਨਾਮ। ਅੱਗੇ ਹੈਗਾ ਨੰਬਰ 3 ਵਿਸ਼ੇਸ਼ਣ। ਵਿਸ਼ੇਸ਼ਣ ਵਿਸ਼ੇਸ਼ਣ ਅੰਗਰੇਜ਼ੀ ਭਾਸ਼ਾ ਦੇ ਜਿਹੜਾ ਹੈਗਾ ਐਡਜੈਕਟਿਵ ਦਾ ਪਰਿਆਏ ਸ਼ਬਦ ਹੈ। ਵਿਸ਼ੇਸ਼ਣ ਵਾਕ ਵਿੱਚ ਵਿਚਰਦੇ ਉਹ ਵਿਆਕਰਨਿਕ ਸ਼ਬਦ ਹੁੰਦੇ ਨੇ ਜਿਹੜਾ ਕਿਸੇ ਕਰਤਾ ਜਾਂ ਕਿਰਿਆ ਦੀ ਵਿਸ਼ੇਸ਼ਤਾ ਨੂੰ ਜ਼ਾਹਰ ਕਰਦੇ ਨੇ, ਉਹਦੀ ਸਪੈਸ਼ਲਿਸਟੀ ਨੂੰ ਦਰਸਾਉਂਦੇ ਨੇ, ਉਹਨਾਂ ਨੂੰ ਵਿਅਕਤ ਕਰਦੇ ਨੇ। ਉਦਾਹਰਨ ਵਜੋਂ ਜੇ ਮੈਂ ਕਹਾਂ ਕਿ ਕਾਲਾ ਘੋੜਾ, ਕਾਲਾ ਘੋੜਾ, ਚਿੱਟੀ ਗਾਂ, ਚਿੱਟੀ ਗਾਂ, ਹਰੀ ਜਵਾਰ, ਲਾਲ ਮੂੰਗਾ। ਤੋ ਇਹਦੇ ਵਿੱਚ ਜਿਹੜਾ ਹੈਗਾ ਕਾਲਾ, ਚਿੱਟਾ, ਹਰੀ, ਲਾਲ, ਇਹ ਸਾਰੇ ਦੇ ਸਾਰੇ ਕੀ ਨੇ? ਇਹ ਵਿਸ਼ੇਸ਼ਣ ਨੇ। ਇਹ ਇਹਨਾਂ ਦੀ ਵਿਸ਼ੇਸ਼ਤਾ ਨੂੰ ਜ਼ਾਹਰ ਕਰਦੇ ਨੇ। ਇਹਦੇ ਨਾਲ ਇਹਦੀ ਜਿਹੜੀ ਵਿਸ਼ੇਸ਼ਤਾ ਹੈਗੀ ਹੈ, ਇਹਦੀ ਜਿਹੜੀ ਕਹਿ ਲਓ ਤੁਸੀਂ ਸਪੈਸ਼ਲਾਈਜੇਸ਼ਨ ਹੈਗੀ ਆ, ਉਸ ਨੂੰ ਇਸ ਨੂੰ ਇਹ ਜ਼ਾਹਰ ਕਰਦੇ ਹੈਗੇ ਨੇ। ਤੋ ਇਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈਗਾ। ਤੋ ਵਿਸ਼ੇਸ਼ਣ ਦਾ ਭਾਵ ਉਹ ਹੈ ਕਿ ਜੋ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਨੂੰ ਜ਼ਾਹਰ ਕਰਦਾ ਹੈਗਾ। ਵਾਕ ਦੇ ਵਿੱਚ ਨਾਮ ਜਾਂ ਪੜਨਾਮ ਜਾਂ ਕਿਰਿਆ ਦੀ ਵਿਸ਼ੇਸ਼ਤਾ ਨੂੰ ਜੋ ਬਿਆਨ ਕਰਦਾ ਉਹ ਤੇ ਖੈਰ ਕਿਰਿਆ ਵਿਸ਼ੇਸ਼ਣ ਹੁੰਦਾ ਹੈਗਾ, ਪਰ ਜੋ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਨੂੰ ਜ਼ਾਹਰ ਕਰੇ, ਉਹਨੂੰ ਵਿਅਕਤ ਕਰੇ, ਉਹਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਆ, ਵਿਸ਼ੇਸ਼ਤਾ ਦੱਸੇ। ਔਰ ਅੰਗਰੇਜ਼ੀ ਦੇ ਐਡਜੈਕਟਿਵ ਦਾ ਹੀ ਪਰਿਆਏ ਸ਼ਬਦ ਹੈਗਾ। ਇਹਨਾਂ ਦੀਆਂ 2 ਕਿਸਮਾਂ ਹੁੰਦੀਆਂ। ਇਹਨਾਂ ਦੀਆਂ 2 ਕਿਸਮਾਂ ਹੁੰਦੀਆਂ। ਇੱਕ ਤੇ ਹੁੰਦੇ ਨੇ ਵਿਕਾਰੀ, ਵਿਕਾਰੀ ਵਿਸ਼ੇਸ਼ਣ। ਉਹ ਵਿਸ਼ੇਸ਼ਣ ਜਿਨ੍ਹਾਂ ਵਿੱਚ ਲਿੰਗ, ਵਚਨ ਤੇ ਕਾਰਕ ਦੇ ਪੱਧਰ ਤੇ ਵਿਕਾਰ ਪੈਦਾ ਹੋ ਜਾਂਦਾ ਹੈ, ਜਿਵੇਂ ਕਾਲਾ, ਚਿੱਟਾ, ਤੇਜ਼, ਹੌਲੀ, ਆਦਿ। ਹੌਲੀ ਇਹਦੇ ਵਿੱਚ ਨਹੀਂ ਖਰਾ ਆਏਗਾ, ਲਾਲ ਆਦਿ। ਇਹਨਾਂ ਵਿਚਕਾਰ, ਇਹਨਾਂ ਸ਼ਬਦਾਂ ਦੇ ਵਿਚਕਾਰ ਜਿਹੜਾ ਹੈਗਾ ਉਹ ਵਿਕਾਰ ਪੈਦਾ ਹੋ ਜਾਂਦਾ ਹੈਗਾ। ਇਹਨਾਂ ਨੂੰ ਤੁਸੀਂ ਬਦਲ ਸਕਦੇ ਹੋ, ਚੇਂਜ ਕਰ ਸਕਦੇ ਹੋ। ਵਿਕਾਰੀ ਸ਼ਬਦ ਨੇ ਇਹ। ਇਹਨਾਂ ਦੇ ਵਿੱਚ, ਇਹਨਾਂ ਦੇ ਰੂਪ ਦੇ ਵਿੱਚ ਵਿਕਾਰ ਆ ਜਾਂਦਾ ਹੈਗਾ। ਔਰ ਦੂਸਰੀ ਕਿਸਮ ਦੇ ਵਿੱਚ ਉਹ ਵਿਸ਼ੇਸ਼ਣ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਵਿਕਾਰ ਨਹੀਂ ਪੈਦਾ ਹੁੰਦਾ, ਭਾਵ ਅਵਿਕਾਰੀ ਵਿਸ਼ੇਸ਼ਣ। ਇਹਨਾਂ ਵਿਸ਼ੇਸ਼ਣਾਂ ਵਿੱਚ ਲਿੰਗ, ਵਚਨ ਜਾਂ ਕਾਰਕ ਦੇ ਪੱਧਰ ਤੇ ਕੋਈ ਵਿਕਾਰ
ਵਿਕਾਰ ਪੈਦਾ ਨਹੀਂ ਹੁੰਦਾ, ਪੈਦਾ ਨਹੀਂ ਹੁੰਦਾ। ਇਸ ਕੈਟਾਗਰੀ ਦੇ ਜਿਹੜੇ ਵਿਸ਼ੇਸ਼ਣ ਹੁੰਦੇ ਨੇ ਅਵਿਕਾਰੀ, ਮੂਲ ਰੂਪ ਦੇ ਵਿੱਚ ਅਵਿਕਾਰੀ ਜਿਹੜਾ ਹੈਗਾ ਹੈ ਉਹ ਸ਼ਬਦ ਤੋਂ ਹੀ ਇਹ ਸਪਸ਼ਟ ਹੈਗਾ ਹੈ ਕਿ ਇਹਨਾਂ ਦੇ ਵਿੱਚ ਵਿਚਕਾਰ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਹੈਗਾ ਉਹ ਕਹਿ ਲਓ ਤੁਸੀਂ ਵਿਕਾਰ ਪੈਦਾ ਨਹੀਂ ਹੋਊਗਾ। ਜਿਵੇਂ ਆਪਾਂ ਗੱਲ ਕਰੀਏ ਕਿ ਸਾਊ, ਸਾਊ ਜਾਂ ਬੁੱਧੂ, ਇਹ ਵਿਸ਼ੇਸ਼ਣ ਨੇ, ਇਹਨਾਂ ਵਿਚਕਾਰ ਕੋਈ ਵੀ ਤੁਸੀਂ ਵਿਕਾਰ ਪੈਦਾ ਨਹੀਂ ਕਰ ਸਕਦੇ ਨਾ। ਜੇ ਕਹਾਂਗੇ ਸਾਊ ਮੁੰਡਾ, ਸਾਊ ਮੁੰਡੇ, ਸਾਊ ਕੁੜੀ, ਸਾਊ ਕੁੜੀਆਂ, ਜਿਵੇਂ ਬੁੱਧੂ ਮੁੰਡਾ, ਬੁੱਧੂ ਮੁੰਡੇ, ਤਾਂ ਬੁੱਧੂ ਜਿਹੜਾ ਹੈਗਾ ਵਾ ਉਹਦੇ ਵਿਚਕਾਰ ਤੁਸੀਂ ਬੁੱਧੂਆਂ ਨਹੀਂ ਬਣਾ ਸਕਦੇ ਜਾਂ ਬੁੱਧੀ ਨਹੀਂ ਬਣਾ ਸਕਦੇ ਹੋਵੋਗੇ, ਉਹ ਉਵੇਂ ਹੀ ਵਰਤੇ ਜਾਣਗੇ। ਸੋ ਇਹ ਹੈਗੇ ਨੇ ਜਿਹੜੇ ਅਵਿਕਾਰੀ ਵਿਸ਼ੇਸ਼ਣ ਨੇ। ਪਹਿਲਿਆਂ ਦੇ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈਗਾ, ਜਿਵੇਂ ਕਾਲਾ ਤੋਂ ਕਾਲੇ ਬਣਾ ਦਿਓ, ਉਸ ਤੋਂ ਬਾਅਦ ਚਿੱਟਾ ਤੋਂ ਚਿੱਟੇ ਬਣਾ ਦਿਓ। ਤਾਂ ਇਹ ਜਿਹੜੇ ਹੈਗੇ ਨੇ ਇਹ ਸਾਰੇ ਦੇ ਸਾਰੇ ਆਪਣੇ ਅਵਿਕਾਰੀ ਵਿਸ਼ੇਸ਼ਣ ਹੈਗੇ ਨੇ। ਤੋ ਵਿਸ਼ੇਸ਼ਣ ਦੀਆਂ ਅੱਗੇ ਜਿਹੜੀਆਂ ਕਿਸਮਾਂ ਹੈਗੀਆਂ ਨੇ ਉਹ ਗੁਣਵਾਚਕ ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ। ਇਹਦੀ ਪਹਿਲੀ ਕਿਸਮ ਜਿਹੜੀ ਹੈਗੀ ਉਹ ਗੁਣਵਾਚਕ ਵਿਸ਼ੇਸ਼ਣ ਆ। ਉਹ ਵਿਸ਼ੇਸ਼ਣ ਜੋ ਕਿਸੇ ਵਸਤੂ ਦਾ ਗੁਣ ਜਾਂ ਔਗਣ ਪੈਦਾ ਵਿਅਕਤ ਕਰੇ, ਜਿਹਦੇ ਵਿੱਚ ਕਿਸੇ ਚੀਜ਼ ਦਾ ਗੁਣ ਜਾਂ ਔਗਣ ਨੂੰ ਪੈਦਾ ਪੇਸ਼ ਕੀਤਾ ਜਾਵੇ। ਜਿਵੇਂ ਅਨਪੜ੍ਹ, ਅਨਪੜ੍ਹ ਕੁੜੀਆਂ, ਅਨਪੜ੍ਹ, ਇੱਥੇ ਜਿਹੜਾ ਹੈਗਾ ਵਾ ਇੱਥੇ ਅਨਪੜ੍ਹ ਜਿਹੜਾ ਹੈਗਾ ਇਹਦਾ ਗੁਣਵਾਚਕ ਵਿਸ਼ੇਸ਼ਣ ਹੈਗਾ। ਜਿਵੇਂ ਕੱਚੀਆਂ, ਕੱਚੀਆਂ ਛੱਤਾਂ ਜਾਂ ਕੱਚੇ ਮਕਾਨ। ਹੁਣ ਇੱਥੇ ਜਿਹੜਾ ਇਹ ਹੈਗਾ ਵਾ ਇਹ ਤਿੰਨੇ ਜਿਹੜੇ ਹੈਗੇ ਨੇ ਗੁਣਵਾਚਕ ਵਿਸ਼ੇਸ਼ਣ ਦੀ ਅਭਿਵਿਅੰਜਨਾ ਕਰਦੇ ਨੇ। ਜਿਵੇਂ ਆਪਾਂ ਕਹਿ ਦਈਏ ਕਿ ਪੱਕੀਆਂ ਇੱਟਾਂ, ਪੇਂਡੂ ਬਜ਼ੁਰਗ, ਬਜ਼ੁਰਗ ਜਾਂ ਉੱਚਾ ਲੰਮਾ ਮੁੰਡਾ। ਹੁਣ ਇੱਥੇ ਜਿਹੜਾ ਹੈਗਾ ਪੇਂਡੂ ਹੈ, ਉੱਚਾ ਲੰਮਾ ਹੈਗਾ ਹੈ, ਇਹ ਸਾਰੇ ਦੇ ਸਾਰੇ ਕਾਹਦੇ ਨੇ, ਕਾਹਦੀ ਉਦਾਹਰਨ ਹੈਗੇ ਨੇ? ਇਹ ਗੁਣਵਾਚਕ ਵਿਸ਼ੇਸ਼ਣ ਦੀ ਕੈਟਾਗਰੀ ਦੇ ਵਿੱਚ ਇਹ ਆਉਂਦੇ ਹੈਗੇ ਨੇ। ਇਹਨਾਂ ਨੂੰ ਅਸੀਂ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹੈਗੇ ਆ। ਤੋ ਇਹਦਾ ਜਿਹੜਾ ਅਗਲਾ ਹੈਗਾ ਉਹ ਸੰਖਿਆਵਾਚਕ ਵਿਸ਼ੇਸ਼ਣ ਹੈਗਾ ਵਾ। ਸੰਖਿਆਵਾਚਕ ਵਿਸ਼ੇਸ਼ਣ ਜੋ ਹੈਗਾ ਵਾ ਸੰਖਿਆਵਾਚਕ ਵਿਸ਼ੇਸ਼ਣ ਕੀ ਹੈਗਾ ਵਾ? ਸੰਖਿਆਵਾਚਕ ਜੋ ਵਿਸ਼ੇਸ਼ਣ ਹੈ ਉਹ ਕਿਸੇ ਪੜਨਾਮ ਨਾਲ ਰਲ ਕੇ ਕਿਸੇ ਸੰਖਿਆ ਦਾ ਬੋਧ ਕਰਾਉਂਦਾ ਹੈ। ਕਿਸੇ ਪੜਨਾਮ ਦੇ ਨਾਲ ਜਦੋਂ ਜੁੜ ਜਾਂਦਾ ਹੈਗਾ ਤੇ ਉਦੋਂ ਕਿਸੇ ਨਾ ਕਿਸੇ ਸੰਖਿਆ ਦਾ ਸਾਨੂੰ ਬੋਧ ਹੁੰਦਾ ਹੈਗਾ। ਉਦਾਹਰਨ ਵਜੋਂ ਜਿਵੇਂ 3 ਦਿਨ। ਹੁਣ ਇੱਥੇ ਅਸੀਂ ਵਾਕ ਬਣਾ ਦਿਆਂਗੇ, ਉਹ ਸਾਡੇ ਪਿੰਡ 3 ਦਿਨ ਰਹੇਗਾ। ਇੱਥੇ ਫਿਰ ਕੀ ਹੈ, ਪੜਨਾਮ ਨਾਲ ਜੁੜ ਗਿਆ ਜਦੋਂ, ਤੇ ਪੜਨਾਮ ਨਾਲ ਇਹਨੇ ਜੁੜ ਕੇ ਇੱਕ ਸੰਖਿਆ ਦਾ ਸਾਨੂੰ ਬੋਧ ਕਰਾਤਾ। ਭਾਵ 3 ਦਿਨ ਉਹ ਸਾਡੇ ਪਿੰਡ ਰਹੇਗਾ। ਉਹ ਇੱਥੇ ਕੀ ਹੈਗਾ, ਪੜਨਾਮ ਆ ਗਿਆ ਤੇ 3 ਦਿਨ ਜਿਹੜਾ ਹੈਗਾ ਇੱਥੇ ਵਿਸ਼ੇਸ਼ਣ ਜੁੜ ਗਿਆ, ਸੰਖਿਆਵਾਚਕ ਵਿਸ਼ੇਸ਼ਣ ਆ ਗਿਆ। ਜਿਵੇਂ ਅਸੀਂ ਕਹੀਏ ਕਿ ਰਾਮ ਜਾਂ ਕੁੜੀ, ਕੁੜੀ 5ਵੀਂ ਜਮਾਤ ਵਿੱਚ ਪੜ੍ਹਦੀ ਹੈ। ਤੋ ਇੱਥੇ ਜਿਹੜਾ ਹੈਗਾ ਕੁੜੀ ਹੈ ਜਿਹੜਾ ਉਹ ਸਾਡਾ ਜਿਹੜਾ ਅੱਗੇ ਪੜਨਾਮ ਹੈ, ਔਰ 5ਵੀਂ ਜਿਹੜਾ ਹੈਗਾ ਉਹ ਗਿਣਤੀਵਾਚਕ ਵਿਸ਼ੇਸ਼ਣ ਹੈਗਾ ਵਾ।
तो इस नूं असीं संख्यावाचक जां गिणतीवाचक विशेषण दे अंतर्गत रखते हैगे आ। ਇਹਦੀ ਜਿਹੜੀ ਤੀਜੀ किस्म हैगी ਉਹ हैगी ਆ परिणामवाचक विशेषण। परिमाणवाचक इस दे अंतर्गत, इस विशेषण के अंतर्गत किसी चीज़ की तोल, मिणती, गिणती जां किसी परिमाण का बोध हुंदा हैगा वा। जिवें आपां कहीए कि थोड़ा, काफ़ी, बहुता, ये परिमाणवाचक विशेषण ने। जिमें मैं थोड़ा दुध पीवांगा, तो इस तो बाद दे विच अज बरसात काफ़ी पै गई, तो सुरजीत बहुता समा रुकिया सी। हुण इहदे विच बहुता, काफ़ी और थोड़ा ये जिहड़े हैगे ने सारे दे सारे ये परिमाणवाचक विशेषण की कैटागरी दे विच आउंदे हैगे ने। इहदी चौथी कैटागरी जिहड़ी हैगी आ वो है निश्चयवाचक। अक्सर पंजाबी पाठक जिहड़ा हैगा वा वो की करदा है कि वो इन्हां नूं तकरीबन तो तकरीबन देखा जाता हैगा कि वो पड़नावां दे नाल ही रल गड्ड कर लैंदा हैगा। तो इस करके जिहड़ा हैगा ये जिहड़ा इहदी थोड़ी जी जिहड़ी वक्री टर्म हैगी है, पड़नाम वक्रे ने। तो वो विशेषण हैगा जो किसी निश्चित चीज़ नूं, किसी चीज़ का निश्चा करवाउंदा हैगा, पड़नाम दे नाल जुड़ के ही किसी गल का निश्चा करवा दिंदा हैगा, भाव उहनूं पक्किया कर दिंदा हैगा। निश्चयवाचक पड़नाम विशेषण उस नूं कहा जाता है। जिवें ओ मेरा मित्र है, ओ सफेद कोठी बराड़ दी है। हुण की हैगा इहदे विच की हैगा, ये निश्चयवाचक जिहड़ा हैगा है विशेषण के अंतर्गत इस नूं असीं लैने हैगे आ जदों निश्चा किसी चीज़ का हो जाता हैगा। तो लास्ट दे विच जिहड़ी इहदी किस्म हैगी आ वो है पड़नामी विशेषण। पंजवीं किस्म जिहड़ी हैगी इहदी वो पड़नामी विशेषण है। पड़नामी विशेषण की हैगा वा, मूल रूप दे विच वाक दे जदों प्रसंग दे विच आउंदा हैगा पड़नामी विशेषण, उदों वाक दे प्रॉपर प्रसंग दे विच आके जिहड़ी अपनी सार्थकता नूं इह जिहड़ा है वो उस समय कायम करदा हैगा। जदों वाक दे इह प्रॉपर आ जांदा है, वाक दे विच जुड़ के अपनी जिहड़ी सार्थकता नूं इह कायम करदा हैगा, तो उस वेले जिहड़ा हैगा इहदी वरतों हुंदी हैगी है। उस वेले जिहड़ा असीं इहनूं पड़नामी विशेषण कहने हैगे आ। जिवें कहिए कि इस संदर्भ दे विच जिवें असीं कहने हैगे आ कि मेरी किताब मेरे कोल है, मेरी किताब जिहड़ी हैगी वो मेरे कोल है, मेरा कल तक जो दंदां दे डॉक्टर नूं मिलण दा मेरा उहदे नाल अपॉइंटमेंट है। तो ये पड़नामी विशेषण ने। जां मेरी कल नूं मेरी किताब उस पास है, जां मेरी कल नूं उस डॉक्टर नाल मिलण दी अपॉइंटमेंट है। तो
तो इस कैटागरी के जिहड़े वाक हुंदे ने ओह पड़नामी विशेषण की कैटागरी दे विच जां उस कैटागरी दे विच वरते जांदे हैगे ने। जां कह दईए कि जिवें असीं कहने आ कि तुहाडा भरा सियाणा हैगा, हुण इत्थे की हैगा, ये भी पड़नामी विशेषण च आउंदा हैगा कि तुहाडा भरा सियाणा है, तुहाडा पड़नाम है भरा और सियाणा, सियाणा अगे उहदे नाल विशेषण जुड़ गया। सो ये पड़नामी विशेषण की कैटागरी दे विच इहनूं वरतिया जांदा है। तो कुल मिला के जिहड़ियां विशेषण दियां जो किसी वस्तु की किसी नाम की जां फिर किसी पड़नाम की विशेषणता नूं जाहिर करते हैं, तो उन्हां दियां ये 5 किस्मां असीं इत्थे इन्हां नूं व्यक्त कीतियां और उन्हां नूं असीं विशेषण कहंदे हां जां एडजैक्टिव कहंदे हां। अंग्रेजी दे विच एडजैक्टिव दा ही ये पर्याय हैगा। तो अगे है जिहड़ी किरिया। किरिया की है? वाक विच जिस व्याकरणिक शब्द श्रेणी द्वारा कर्म दे होण दा ज्ञान मिले जां कर्म दा होण कर्म नूं कीता जावे उसनूं किरिया कहिंदे हन। और जो किरिया ते लग्या समा हुंदा उहनूं व्याकरणिक रूप दे विच काल आख्या जांदा हैगा। तो किरिया दा संबंध कर्म नाल है। किरिया नूं करन वास्ते जो जदों काम नूं निपटाया जांदा जां कर्म नूं करता द्वारा कीता जांदा है, तो उस समय नूं उस विचकारले समय नूं जिहड़ा हैगा ओह की आख्या जांदा हैगा? किरिया आख्या जांदा हैगा। तो किरिया जिहड़ी हैगी ओह 2 प्रकार दी दसी है। बनतर दे आधार दे उपर जिहड़ी किरिया हैगी आ ओह 2 प्रकार दी हैगी है। सॉरी कारज दे पक्ष तो जिहड़ी किरिया ओह 2 प्रकार दी है, क्योंकि वाक दे विच किरिया दा होना बड़ा जरूरी हैगा। असीं मुੱਢ दे विच ही दस्सिया है कि किरिया जिहड़ी है करता कर्म किरिया, वाक दी सीक्वेंस ये हैगी है। जे वाक दे विच किरिया नहीं हैगी तो वाक नहीं जे रहिंदा, तो उहदा वाक दी जिहड़ी रैलीवेंसी खत्म हो जाती है। तो कारज दे पक्ष तो जिहड़ी असीं किरिया है ओह 2 प्रकार दी वंडदे हां। एक ते अकर्मक किरिया है, अकर्मक किरिया, एक सकर्मक किरिया है। एक सकर्मक क्रिया है, एक अकर्मक क्रिया है और एक सकर्मक क्रिया हैगी है। अकर्मक जिहड़ी क्रिया है उहदे विच कर्म की प्रधानता नहीं हुंदी, उहदे विच कर्म जिहड़ा हैगा उहनूं नहीं दर्शाया जांदा, उहदे विच कर्म दा बोध नहीं हुंदा। अकर्मक क्रिया विच इस विच कर्म दा बोध नहीं हुंदा, कर्म दा बोध नहीं हुंदा, बोध जां प्रधानता नहीं हुंदी। जिवें असीं लैने हैगे आ इस दे दौरान कि बाज उड़दा है, मींह पैंदा है, हवा चलदी है। सो इन्हां वाकां दे विच किधरे भी कर्म की प्रधानता नहीं, ये अकर्मक ने। अकर्मक तो भाव की है कि इहदे विच कर्म नूं व्यक्त नहीं किया गया हैगा, इहदे विच कर्म नूं जिहड़ा हैगा पेश नहीं किया गया, इहदे विच कोई प्रधानता नहीं। इस दे समवित जिहड़ी सकर्मक क्रिया हुंदी हैगी आ, सकर्मक क्रिया दे विच क्रिया की प्रधानता इस दे विच जिहड़ा हैगा कर्म की प्रधानता हुंदी है। कर्म दा क्रिया नाल संबंध हुंदा है, क्रिया नाल संबंध दर्शाया हुंदा हैगा। पहली विच कोई संबंध नहीं हुंदा। भाव हुण तुसीं वाक पढ़ो, बाज उड़दा है, मींह पैंदा है, हवा चलदी है, इत्थे जिहड़ा हैगा क्रिया दा कर्म दे नाल कोई लैण देण नहीं हैगा। ये कर्म विहूणी क्रियावां ने सारियां, इहदे विच कर्म नहीं हैगा। तो करता ही नहीं है तो कर्म नहीं हैगा, तो फिर ਇਹਦੇ ਅਕਰਮਕ ਹੀ ਹੋਏਗੀ। पर ਜਿਹੜੀ दूजी कैटागरी ਦੇ ਵਿੱਚ ਆਉਂਦੀ ਹੈਗੀ ਉਹ ਹੈਗੀ ਹੈ ਸਾਡੇ ਕੋਲ ਸਕਰਮਕ ਕਿਰਿਆ। तो ਸਕਰਮਕ ਜਿਹੜੀ ਕਿਰਿਆ ਹੈਗੀ ਹੈ ਉਹਨੂੰ ਅਸੀਂ कर्म ਦੇ ਨਜ਼ਰੀਏ ਦੇ ਉੱਤੋਂ ਵਿਖਿਆਤ ਕਰਦੇ ਹਾਂ। ਜਿਵੇਂ ਮੁੰਡਾ किताब पढ़ता है। हुण मुंडा करता है, किताब कर्म है और पढ़दा क्रिया है। तो इस प्रकार जिहड़ा हैगा
ਇਹਦੇ ਵਿੱਚ ਕਰਮ ਦੀ ਪ੍ਰਧਾਨਤਾ ਦੱਸੀ ਗਈ ਹੈ, ਇਸ ਕਰਕੇ ਇਹ ਸਕਰਮਕ ਕਿਰਿਆ ਹੈ। ਸਕਰਮਕ ਕਿਰਿਆ ਹੈ क्योंकि कर्म है, एक करता है, कर्म है ते किरिया है, तो तिन्ना दा आपस दे विच जिहड़ा अटुट संबंध है, इस करके ये सकर्मक किरिया है। तो जिहड़ी कारज दे पक्ष तो असीं ये सकर्मक ते कर्मक दे विच वंडांगे, और जिहड़ी कर्म दे पक्ष तो जिहड़ी किरिया है वो सधारण प्रेरणार्थक ते दूहरी प्रेरणार्थक किरिया दे विच इस नूं वंडिया जांदा हैगा। तो जिवें असीं कहने हैं कि सधारण किरिया वो है जिहदे विच करता आप किरिया करदा है, जिवें मुंडा रोटी खांदा है, बलद हल वाहुंदा है, उस तो बाद दे विच जिहड़ा हैगा अध्यापक सवाल हल करदा है। प्रेरणार्थक किरिया दे विच जिहड़ा हैगा वो करता प्रेरणा दे के किरिया नूं जिहड़ा हैगा वो करवाउंदा हैगा। करता उहदे विच प्रेरणा दिंदा हैगा और फिर जिहड़ी किरिया अगे चलदी हैगी है। ਉਹਦੇ ਵਿੱਚ ਜਿਵੇਂ ਕਿ ਅਸੀਂ ਕਹਿ ਦਈਏ ਕਿ ਅਧਿਆਪਕ ਬੱਚਿਆਂ ਕੋਲੋਂ ਬਲੈਕ ਬੋਰਡ ਤੇ ਸਵਾਲ ਹੱਲ ਕਰਵਾਉਂਦਾ ਹੈਗਾ, ਜਾਂ ਅਸੀਂ ਕਹੀਏ ਕਿ ਮਾਂ ਧੀ ਕੋਲੋਂ ਰੋਟੀਆਂ ਜਿਹੜੀਆਂ ਮਾਂ ਧੀ ਕੋਲੋਂ ਰੋਟੀਆਂ ਬਣਵਾ ਰਹੀ ਹੈ, ਜਾਂ ਮਾਤਾ ਜੀ ਆਪਣੀ ਧੀ ਤੋਂ ਸਬਜ਼ੀ ਬਣਵਾ ਰਹੀ ਹੈ। ਤਾਂ ਇਹ ਪ੍ਰੇਰਨਾਰਥਕ ਕਿਰਿਆ। ਤੀਸਰੀ ਕਿਸਮ ਦੀ ਜਿਹੜੀ ਹੈਗੀ ਆ ਦੂਹਰੀ ਪ੍ਰੇਰਨਾਰਥਕ ਜਿਹੜੀ ਕਿਰਿਆ ਹੈਗੀ ਹੈ, ਉਹਦੇ ਵਿੱਚ ਜਿਹੜਾ ਹੈਗਾ ਕਰਤਾ ਕਿਸੇ ਹੋਰ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹਦੇ ਕੋਲੋਂ ਜਿਹੜਾ ਹੈਗਾ ਕੰਮ ਕਰਵਾਉਂਦਾ ਹੈਗਾ। ਇੱਕ ਤੇ ਹੋ ਗਈ ਸਧਾਰਨ ਕਿਰਿਆ, ਜਾਂ ਇੱਕ ਤਾਂ ਅਸੀਂ ਕਹਿ ਲਈਏ ਸਧਾਰਨ ਕਿਰਿਆ ਜਿਹੜੀ ਹੈਗੀ ਹੈ ਇਹਦੇ ਬਣਤਰ ਦੇ ਪੱਖ ਤੋਂ ਕਰਮ ਦੇ ਪੱਖ ਤੋਂ ਸਧਾਰਨ ਕਿਰਿਆ। ਨੰਬਰ 2 ਪ੍ਰੇਰਨਾਰਥਕ ਕਿਰਿਆ। 3 ਨੰਬਰ ਦੇ ਉੱਤੇ ਇਹਦੇ 'ਚ ਆ ਗਈ ਦੂਹਰੀ ਪ੍ਰੇਰਨਾਰਥਕ। ਇਹਦੇ ਵਿੱਚ ਕਰਤਾ ਸਧਾਰਨ ਹੈ, ਇੱਕ ਕਰਤਾ ਹੈ, ਸਧਾਰਨ ਇੱਕ ਹੈ। ਇਹਦੇ ਵਿੱਚ ਜਿਹੜਾ ਹੈਗਾ ਕਰਤਾ ਦੂਜੇ ਨੂੰ ਪ੍ਰੇਰਨਾ ਦਿੰਦਾ ਹੈ, ਪ੍ਰੇਰਿਤ ਕਰਦਾ ਹੈ, ਜਿਵੇਂ ਅਧਿਆਪਕ ਬੱਚਿਆਂ ਤੋਂ ਸਵਾਲ ਹੱਲ ਕਰਵਾਉਂਦਾ ਹੈ। ਤੀਸਰੀ ਕਿਸਮ ਦੀ ਜਿਹੜੀ ਹੈਗੀ ਆ ਉਹ ਦੂਹਰੀ ਪ੍ਰੇਰਨਾਰਥਕ ਕਿਰਿਆ ਹੁੰਦੀ ਹੈਗੀ ਆ। ਕਰਤਾ ਕਿਸੇ ਦੂਜੇ ਨੂੰ ਪ੍ਰੇਰਿਤ ਕਰਦਾ ਹੈ, ਪ੍ਰੇਰਿਤ ਕਰਕੇ ਤੀਜੇ ਕੋਲੋਂ ਕੰਮ ਕਰਵਾਉਂਦਾ ਹੈ, ਤੀਸਰੇ ਤੋਂ ਕੰਮ ਲੈਂਦਾ ਹੈ। ਹੁਣ ਦੇਖੋ ਇੱਥੇ ਦੂਹਰੀ ਪ੍ਰੇਰਨਾਰਥਕ ਕਿਰਿਆ ਦੇ ਵਿੱਚ ਅਸੀਂ ਕੀ ਕਰਾਂਗੇ ਕਿ ਅਧਿਆਪਕ ਨੇ ਤੀਜੀ ਦੀ ਪਹਿਲੀ ਦੀ ਉਦਾਹਰਨ ਹੈਗੀ ਹੈ ਕਿ ਰਾਮ ਰੋਟੀ ਖਾਂਦਾ ਹੈ, ਦੂਜੀ ਦੀ ਉਦਾਹਰਨ ਅਸੀਂ ਦੇਤੀ ਕਿ ਅਧਿਆਪਕ ਬੱਚਿਆਂ ਤੋਂ ਸਵਾਲ ਹੱਲ ਕਰਵਾਉਂਦਾ ਹੈ, ਮਾਤਾ ਆਪਣੀ ਧੀ ਕੋਲੋਂ ਸਬਜ਼ੀ ਬਣਵਾ ਰਹੀ ਹੈ। ਤੀਜੀ ਜਿਹੜੀ ਹੈਗੀ ਇਹਦੇ ਵਿੱਚ ਆਊਗਾ ਕਿ ਅਧਿਆਪਕ ਮਨੀਟਰ ਦੇ ਦੁਆਰਾ ਜਾਂ ਅਧਿਆਪਕ ਕਲਾਸ ਦੇ ਵਿੱਚ ਮਨੀਟਰ ਦੇ ਰਾਹੀਂ ਜਾਂ ਜਮਾਤ ਦੇ ਵਿੱਚ ਜਾਂ ਕਲਾਸਰੂਮ ਦੇ ਵਿੱਚ ਕੁਝ ਵੀ ਕਹਿ ਲਓ, ਮਨੀਟਰ ਦੇ ਦੁਆਰਾ ਦੂਸਰੇ ਬੱਚਿਆਂ ਕੋਲੋਂ ਸਵਾਲ ਹੱਲ ਕਰਵਾਉਂਦੇ ਹਨ। ਜਾਂ ਫਿਰ ਕਹਿ ਲਈਏ ਸਰਕਾਰ ਠੇਕੇਦਾਰ ਦੁਆਰਾ ਜਿਹੜਾ ਹੈਗਾ ਸਰਕਾਰ ਠੇਕੇਦਾਰ ਦੁਆਰਾ ਮਜ਼ਦੂਰਾਂ ਕੋਲੋਂ ਸੜਕ ਤੇ ਲੁੱਕ ਪਵਾਉਂਦੀ ਹੈ। ਹੁਣ ਤੁਸੀਂ ਦੇਖੋ ਇਹਦੇ ਵਿੱਚ ਕਰਤਾ ਜਿਹੜਾ ਹੈਗਾ ਉਹ ਦੂਹਰੀ ਪ੍ਰੇਰਨਾਰਥਕ ਕਿਰਿਆ ਦੇ ਨਾਲ ਜੁੜ ਜਾਂਦਾ ਹੈਗਾ। ਸਰਕਾਰ ਠੇਕੇਦਾਰ ਕੋਲੋਂ ਜਾਂ ਸਰਕਾਰ ਠੇਕੇਦਾਰ ਦੁਆਰਾ ਠੇਕੇਦਾਰ ਨੂੰ ਸੰਨ ਦੇ ਵਿੱਚ ਲੈ ਕੇ ਠੇਕੇਦਾਰ ਦੁਆਰਾ ਮਜ਼ਦੂਰਾਂ ਕੋਲੋਂ ਸੜਕ ਤੇ ਲੁੱਕ ਪਵਾਉਂਦੀ ਹੈ। तो इत्थे की हैगी है यह दूहरी प्रेरनार्थक किरिया हैगी है। तो बनतर के आधार पर किरिया जिहड़ी हैगी आ वो 2 प्रकार की हुंदी हैगी है, भाव अकैरी किरिया ते संयुक्त किरिया। जो असीं बनतर की गल करिए, बनतर के आधार पर जिहड़ी किरिया है दे आधार पर संयुक्त किरिया है एक तां, और एक अकैरी किरिया है, अकैरी किरिया। भाव है आ एक ही है और आ एक जुड़ी हुई हैगी है। एक दे विच 2 जुड़ के चलदियां ने। जिस वाक विच किरिया दा एक शब्द होवे, भाव मुंडे ने प्रश्न लिखिया, बस ये है